ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸਭ ਤੋਂ ਪਹਿਲਾਂ ਸੰਥਿਆ ਵਿੱਚ ਆਪਾਂ 35 ਅੱਖਰਾਂ ਦਾ ਉਚਾਰਨ ਸ਼ੁਰੂ ਕਰਾਂਗੇ ਅਤੇ ਨਾਲ ਕਾਪੀ ਪੈਨ ਲੈਣਾ ਤਾਂ ਉਹ ਵੀ ਲੈ ਸਕਦੇ ਹੋ। ਜਿੱਥੇ ਕਿੱਥੇ ਕੋਈ ਗੱਲ ਜ਼ਰੂਰੀ ਲਿਖਣ ਵਾਲੀ ਹੋਈ ਉਹ ਆਪ ਜੀ ਨਾਲ ਦੀ ਨਾਲ ਨੋਟ ਕਰ ਲਿਓ। ਅਤੇ ਵੈਸੇ ਤਾਂ ਸਿੱਧਾ ਹੀ ਆਪਾਂ ਇਹ ਚੱਲੀ ਜਾਵਾਂਗੇ, ਕੋਈ ਬਹੁਤੀ ਉਲਝਣ ਵਾਲੀ ਜਿਹੜੀ ਗੱਲ ਆ ਉਹ ਨਹੀਂ ਆਪਾਂ ਕਰਨੀ, ਵੀ ਸੌਖਿਆਂ ਜਿਹੜਾ ਸਮਝ ਆ ਜੇ ਅਤੇ ਇਹੋ ਜਿਹੀ ਆਪਾਂ ਕੰਮ ਕਰਨਾ। ਫਿਰ ਵੀ ਕਿਤੇ ਨਾ ਕਿਤੇ ਜਿਹੜੀ ਕਾਪੀ ਪੈਨ ਦੀ ਲੋੜ ਪੈ ਜਾਂਦੀ ਆ। ਅਤੇ ਇੱਕ ਤਾਂ ਇਹ ਹੈਗਾ ਵੀ ਨਾਲ ਨੋਟ ਕਰਦੇ ਰਹਿਓ। ਉਚਾਰਨ ਦੇ ਸੰਬੰਧ ਵਿੱਚ ਇਹ ਬੇਨਤੀ ਜ਼ਰੂਰੀ ਹੈ ਸਭ ਨੂੰ ਮੰਨਣੀ, ਵੀ ਜਿਹੜਾ ਗਾ ਇਹਦਾ ਅਭਿਆਸ ਬਹੁਤੇ ਤੋਂ ਬਹੁਤਾ ਕਰਨਾ। ਇੱਕ ਵਾਰੀ ਸੁਣ ਕੇ ਇਸ ਤਰ੍ਹਾਂ ਜਿਹੜੀ ਹੈ ਇਹ ਸੰਥਿਆ ਨਹੀਂ ਆਉਂਦੀ। ਸੁਣ ਕੇ ਅਤੇ ਉਹਨੂੰ ਚੰਗੀ ਤਰ੍ਹਾਂ ਪਕਾਉਣਾ ਗਾ, ਫਿਰ ਆ ਕੇ ਸੰਥਿਆ ਜਿਹੜੀ ਆਊਗੀ। ਅਤੇ ਮੈਂ ਇੱਥੇ 5 ਵਾਰੀ ਇੱਕ ਅੱਖਰ ਨੂੰ ਬੋਲ ਕੇ ਭਰ ਦੂੰਗਾ ਅਤੇ ਤੁਸੀਂ ਉਸੇ ਤਰ੍ਹਾਂ ਹੀ ਬੁਲਾਉਣਾ ਗਾ। ਅਤੇ ਇਹ ਊੜਾ ਆੜਾ ਜੇ ਆਪਾਂ ਪੁੱਛੀਏ, ਕਈ ਵਾਰੀ ਜਵਾਕ ਸੁਣਾ ਦਿੰਦੇ ਨੇ ਊੜਾ ਆੜਾ ਈੜੀ ਸੱਸਾ ਹਾਹਾ। ਕਈ ਤਾਂ ਇਹ ਤੋਂ ਵੀ ਤੇਜ਼ ਹੋਰ ਊੜਾ ਆੜਾ ਈੜੀ ਸੱਸਾ ਹਾਹਾ ਇੰਨੀ ਤੇਜ਼ੀ ਦੇ ਨਾਲ ਯਾਦ ਭਾਵੇਂ ਸਾਰੇ ਹੋਵੇ, ਪਰ ਇੰਨੀ ਤੇਜ਼ੀ ਪੜ੍ਹ ਕੇ ਕੋਈ ਪੱਲੇ ਨਹੀਂ ਪੈਂਦੀ ਗੱਲ। ਇੱਕ ਤਾਂ ਹਰੇਕ ਅੱਖਰ ਨੂੰ ਉਹਦਾ ਬਣਦਾ ਸਮਾਂ ਓਨਾ ਦੇਣਾ ਜਿੰਨਾ ਬੋਲਣ ਵਿੱਚ ਲੋੜ ਹੈ। ਜਿੰਨੇ ਇਹ ਅੱਖਰ ਨੇ ਗੁਰਮੁਖੀ ਦੇ ਤਕਰੀਬਨ ਸਾਰਿਆਂ ਵਿੱਚ ਈੜੀ ਨੂੰ ਛੱਡ ਕੇ ਬਾਕੀ ਸਾਰਿਆਂ ਅੱਖਰਾਂ ਦੇ ਵਿੱਚ ਆੜੇ ਦੀ ਆਵਾਜ਼ ਅਖੀਰ ਵਿੱਚ ਆਊਗੀ। ਕੋਈ ਵੀ ਅੱਖਰ ਆਪਾਂ ਬੋਲ ਲਈਏ, ਊੜਾ ਪਿੱਛੇ ਊੜੇ ਦੇ ਆ ਦੀ ਆਵਾਜ਼ ਆਈ ਆ, ਇਸ ਤਰ੍ਹਾਂ ਆੜਾ ਸੱਸਾ ਆ ਦੀ ਆਵਾਜ਼ ਹਰੇਕ ਵਿੱਚ ਆਊਗੀ। ਅਤੇ ਹਰੇਕ ਅੱਖਰ ਨੂੰ ਇੱਕ ਸਾਹ ਵਿੱਚ ਬੋਲਣਾ। ਆਪਾਂ ਆਏ ਨਹੀਂ ਵੀ ਇੱਕ ਸਾਹ ਵਿੱਚ ਸਾਰੀ 35 ਦੀ 35 ਪੜ੍ਹਦੀ ਹੈ, ਆਪਾਂ ਇਸ ਤਰ੍ਹਾਂ ਨਹੀਂ ਕਰਨਾ। ਇੱਕ ਸਾਹ ਦੇ ਵਿੱਚ ਇੱਕ ਹੀ ਅੱਖਰ ਜਿਹੜਾ ਬੋਲਣਾ, ਲੰਬੀ ਆਵਾਜ਼ ਵਿੱਚ ਆਪਾਂ ਜਿਹੜਾ ਅੱਖਰ ਉਹ ਬੋਲਣਾ ਗਾ। ਇਹ ਮੁੱਢਲੀਆਂ ਜਿਹੜੀਆਂ ਤਕਰੀਬਨ ਬੇਨਤੀਆਂ ਨੇ, ਇਹ ਤੁਸੀਂ 35 ਜਿਹੜੀ ਨਾਲ ਦੀ ਨਾਲ ਕੰਠੇ ਵੀ ਕਰ ਲੈਣੀ ਹੈ। ਜਿਨ੍ਹਾਂ ਨੂੰ ਕੰਠ ਨਹੀਂ ਹੈ, ਜਦੋਂ ਤੁਸੀਂ ਪੜ੍ਹੋਗੇ ਚੰਗੀ ਤਰ੍ਹਾਂ ਤਾਂ ਕੰਠ ਆਪ ਹੀ ਹੋ ਜਾਣੀ ਹੈ। ਬੱਚਿਆਂ ਨੂੰ ਵੀ ਨਾਲ ਦੀ ਨਾਲ ਆਪਣੇ ਇਹ ਸਿਖਾਓ। ਊੜਾ ਊੜਾ ਇਸੇ ਤਰ੍ਹਾਂ ਹੀ ਅੜਾੜਾ ਲਾ ਕੇ ਪੜ੍ਹਨਾ ਗਾ। ਕਈ ਜਿਹੜੇ ਨੇ ਬੱਚੇ ਕਈਆਂ ਨੂੰ ਆਵਾਜ਼ ਜਾਂ ਜੀਭ ਦੇ ਵਿੱਚ ਕੋਈ ਫਰਕ ਹੁੰਦਾ, ਉਹ ਰਾਰਾ ਅੜਾੜੇ ਦੀ ਥਾਂ 'ਤੇ ਊਰਾ ਪੜ੍ਹ ਜਾਂਦੇ ਨੇ। ਉਹਨਾਂ ਨੂੰ ਸ਼ੁਰੂ ਤੋਂ ਹੀ ਟੋਕਣਾ, ਅੜਾੜਾ ਹੀ ਲਵਾਉਣਾ ਗਾ। ਅਤੇ ਊ ਦਲੈਂਕੜ ਚੰਗੀ ਤਰ੍ਹਾਂ ਲਾ ਕੇ ਊ ਜਿਹੜਾ ਮੂੰਹ ਆ ਇਹ ਅੱਗੇ ਨੂੰ ਆ ਜਾਊਗਾ। ਅਤੇ ਅੜਾ ਊੜਾ ਊੜਾ। ਅਤੇ ਨਾਲ ਤੁਸੀਂ ਜਿਵੇਂ ਇਹ ਸਕਰੀਨ 'ਤੇ ਦੇਖ ਰਹੇ ਹੋ, ਇਹਦੇ ਵਿੱਚ ਊੜੇ ਦਾ ਉਚਾਰਨ ਵੀ ਲਿਖਿਆ ਹੋਇਆ ਗਾ। ਇੱਕ ਪਾਸੇ ਸਕਰੀਨ ਦੇ ਜਿਹੜਾ ਖੱਬੇ ਪਾਸੇ ਆ ਇਹ ਮਾਡਰਨ ਊੜਾ, ਅਤੇ ਨਾਲ ਜਿਹੜਾ ਸੱਜੇ ਪਾਸੇ ਕਾਲੇ ਰੰਗ ਦਾ ਅੱਖਰ ਲਿਖਿਆ ਹੋਇਆ ਇਹ ਪੁਰਾਣੇ ਢੰਗ ਦੇ ਨਾਲ ਦੀ ਨਾਲ ਅੱਖਰ ਤੁਹਾਨੂੰ ਜਿਹੜੇ ਨੇ ਸਕਰੀਨ 'ਤੇ ਦਿਖਣਗੇ। ਜਿੰਨੇ ਵੀ ਅੱਖਰ ਆਪਾਂ ਇੱਥੇ ਬੋਲਾਂਗੇ 35 ਤੇ 35 ਅੱਖਰ ਨਾਲ ਦੀ ਨਾਲ ਉਹਨਾਂ ਦਾ ਜਿਹੜਾ ਗਾ ਪੁਰਾਣਾ ਸਰੂਪ ਜਿਹੜਾ ਗਾ ਦਮਦਮੀ ਅੱਖਰਾਂ ਦਾ, ਇਹ ਵੀ ਤੁਸੀਂ ਨਾਲ ਦੀ ਨਾਲ ਦਰਸ਼ਨ ਕਰਦੇ ਜਾਓਗੇ। ਇਸੇ ਤਰ੍ਹਾਂ ਮੁਹਾਰਨੀ ਦੇ ਵਿੱਚ ਵੀ ਆਪਾਂ ਜਿਹੜਾ ਪੁਰਾਣੇ ਅੱਖਰਾਂ ਦਾ ਜਿਹੜਾ ਗਾ, ਜਿਵੇਂ ਉਹਨਾਂ ਨੂੰ ਲਗਾ ਮਾਤਰਾ ਲੱਗਦੀਆਂ ਸੀ, ਕਿਉਂਕਿ ਕਈ ਲਗਾ ਮਾਤਰਾ ਵਿੱਚ ਖਾਸ ਤੌਰ 'ਤੇ ਜਿਹੜਾ ਦੁਲਾਵਾਂ ਆਦਿ ਲਾਉਣ ਵਿੱਚ ਕਈ ਅੱਖਰਾਂ ਵਿੱਚ ਫਰਕ ਸੀ। ਔਂਕੜ ਲਾਉਣ ਵਿੱਚ, ਦਲੈਂਕੜ ਲਾਉਣ ਵਿੱਚ ਪੁਰਾਣੇ ਸਮੇਂ ਵਿੱਚ ਥੋੜ੍ਹਾ ਜਿਹਾ ਵੱਖਰੇ ਢੰਗ ਦੇ ਨਾਲ ਵਰਤ ਲੈਂਦੇ ਸੀ। ਉਹ ਦਮਦਮੀ ਅੱਖਰਾਂ ਵਿੱਚ ਜਿਵੇਂ ਵਰਤਦੇ ਸੀ ਉਹ ਵੀ ਆਪਾਂ ਨਾਲ ਦੀ ਨਾਲ ਇੱਥੇ ਤੁਹਾਨੂੰ ਸਕਰੀਨ 'ਤੇ ਦਿਖਾਈ ਚੱਲਾਂਗੇ। ਇਸ ਲਈ ਇਹ ਇੱਕ ਅੱਖਰ ਨੂੰ 5 ਵਾਰੀ ਤੁਸੀਂ ਪੜ੍ਹਨਾ ਗਾ। ਅਤੇ ਇਹ 5 ਵਾਰੀ ਲੈਣ ਇੱਕ
ਇੱਕ ਇੱਕ ਪੰਕਤੀ ਊੜੇ ਤੋਂ ਲੈ ਕੇ ਹਾਹੇ ਤੱਕ ਇੱਕ ਇੱਕ ਪੰਕਤੀਆਂ ਪੜ੍ਹੋ। ਵੱਧ ਵਾਰੀ ਪੜ੍ਹ ਸਕਦੇ ਹੋ, ਹੋਰ ਪੜ੍ਹੋ ਚੰਗੀ ਤਰ੍ਹਾਂ। ਸਵੇਰ ਦੇ ਵਕਤ ਜਿਨ੍ਹਾਂ ਨੂੰ ਕੋਈ ਦਿੱਕਤ ਆਉਂਦੀ ਹੈ ਉਹ ਸਵੇਰ ਦੇ ਵਕਤ ਉੱਠ ਕੇ ਇਹਦਾ ਅਭਿਆਸ ਕਰਨਾ ਤਾਂ ਬਹੁਤ ਹੀ ਵਧੀਆ ਗੱਲ ਆ। ਸੋ ਇਹ ਪਹਿਲਾਂ 5 ਵਾਰੀ ਊੜਾ, ਇੰਨੀ ਲੰਬੀ ਆਵਾਜ਼ ਇਹ ਲੈ ਕੇ ਜਾਣੀ ਆ। ਕਾਰਨ ਇਹਦਾ ਇਹ ਹੈਗਾ, ਤੁਸੀਂ ਊੜਾ ਕਹਿੰਦੇ ਹੋ ਤਾਂ ਇਹਦੇ ਨਾਲ ਵੀ ਸਰ ਜੂ ਕੰਮ ਤਾਂ, ਪਰ ਜਦੋਂ ਸਿੱਖਣਾ ਗਾ ਇਹਦੇ ਨਾਲ ਕੀ ਹੈਗਾ, ਇੱਕ ਤਾਂ ਚੰਗੀ ਤਰ੍ਹਾਂ ਇਹ ਜ਼ਿਹਨ ਵਿੱਚ ਆਪਣੇ ਦਿਮਾਗ ਵਿੱਚ ਬੈਠ ਜਾਂਦਾ। ਜਿਵੇਂ ਰਾਗੀ ਸਿੰਘ ਤੁਸੀਂ ਦੇਖਿਆ ਹੋਊਗਾ, ਜਿਹੜੇ ਰਾਗ ਕਰਨ ਵਾਲੇ ਗਾਉਂਦੇ ਨੇ, ਕੀਰਤਨ ਕਰਦੇ ਨੇ, ਉਹ ਆਪਣੇ ਗਲੇ ਨੂੰ ਸੁਰ ਕਰਨ ਵਾਸਤੇ ਕਾਫੀ ਲੰਬਾ ਸਮਾਂ ਇਹ ਸੁਰਾਂ ਦਾ ਜਿਹੜਾ ਉਹ ਮਿਲਾ ਕੇ ਨਾਲ ਗਲੇ ਦਾ ਰਿਆਜ਼ ਕਰਦੇ ਵੀ ਗਲਾ ਪੱਕ ਜੇ। ਇਸ ਤਰ੍ਹਾਂ ਗੁਰਮੁਖੀ ਪੜ੍ਹਨ ਦੇ ਲਈ ਆਪਾਂ ਨੂੰ ਇਹ ਚੰਗੀ ਸਹਾਇਤਾ ਕਰੂਗਾ ਵੀ ਆਪਾਂ ਅੱਖਰ ਨੂੰ ਜਿਹੜਾ ਚੰਗੀ ਤਰ੍ਹਾਂ ਲੰਬਾ ਲੈ ਕੇ ਜਾਈਏ। ਅਤੇ ਸ਼ੁਰੂ ਵਿੱਚ ਗਲੇ ਵਿੱਚ ਖਾਰਸ਼ ਜੀ ਹੋਊਗੀ, ਦਿੱਕਤ ਜੀ ਆਉਂਦੀ ਹੈ, ਉਹ ਚੀਜ਼ਾਂ ਫਿਰ ਠੀਕ ਹੋ ਜਾਣਗੀਆਂ। ਇਸ ਲਈ ਲੰਬਾ ਲਿਜਾ ਕੇ ਪੜ੍ਹਨਾ ਗਾ। ਇੱਕ ਸਾਹ ਵਿੱਚ 5 ਅੱਖਰ ਨਹੀਂ ਪੜ੍ਹਨੇ, ਸਗੋਂ ਇੱਕ ਸਾਹ ਵਿੱਚ ਜਿਹੜੇ ਇੱਕ ਹੀ ਅੱਖਰ ਨੂੰ ਉਚਾਰਨ ਆਪਾਂ ਕਰਨਾ। ਹਾਂਜੀ, ਅੱਗੇ ਜਿਹੜਾ ਉਹ ਐੜਾ ਜਾਂ ਆੜਾ, ਇਹ ਦੋਨੇ ਹੀ ਤੁਸੀਂ ਪੜ੍ਹ ਸਕਦੇ ਹੋ। ਆਪਣੇ ਮਾਲਵੇ ਵਿੱਚ ਆੜਾ ਪੜ੍ਹ ਦਿੰਦੇ ਨੇ, ਮਾਝੇ ਵਿੱਚ ਐੜਾ ਪੜ੍ਹ ਦਿੰਦੇ ਨੇ। ਇਸ ਤਰ੍ਹਾਂ ਦੇ ਨਾਲ ਦੋਨੇ ਹੀ ਉਚਾਰਨ ਇਹ ਠੀਕ ਨੇ। ਆੜਾ, ਐੜਾ, ਬਸ ਥੋੜ੍ਹਾ ਹੀ ਫਰਕ ਆ, ਦੁਲਾਵਾਂ ਦਾ ਫਰਕ ਪੈ ਜਾਂਦਾ ਗਾ, ਇੱਕ ਵਿੱਚ ਕੰਨਾ ਲੱਗ ਜਾਂਦਾ। ਅਤੇ ਅੜਾੜਾ ਮੇਨ ਮੁੱਖ ਜਿਹੜਾ ਹੈਗਾ ਅੜਾੜਾ ਗਾ, ਅੜਾੜੇ ਦਾ ਉਚਾਰਨ ਜਿਹੜਾ ਸਹੀ ਹੋਣਾ ਚਾਹੀਦਾ। ਐੜਾ, 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 ਆੜਾ, ਆੜਾ, ਇਸ ਤਰ੍ਹਾਂ ਦੇ ਨਾਲ ਉਚਾਰਨ ਕਰਨਾ। ਅਤੇ ਨਾਲ ਤੁਸੀਂ ਇਹ ਐੜਾ ਇਹਦੇ ਵਿੱਚ ਖਿਆਲ ਕਰਨਾ ਗਾ, ਜਦੋਂ ਆਪਾਂ ਲਿਖਦੇ ਹਾਂ ਇਹਦੇ ਸੰਬੰਧ ਵਿੱਚ ਕੋਈ ਵੱਖਰੀ ਵੀਡੀਓ ਆਪਾਂ ਤਿਆਰ ਕਰਾਂਗੇ। ਸੰਖੇਪ ਰੂਪ ਵਿੱਚ ਇੱਥੇ ਦੱਸ ਦਿੰਦਾ। ਜਿਹੜੇ ਥੱਲੇ 2 ਡੰਡੀਆਂ ਮੁੜਦੀਆਂ ਨੇ, ਇੱਕ ਤਾਂ ਅਖੀਰਲੀ ਆ ਅਤੇ ਉਦੋਂ ਪਹਿਲਾਂ 2 ਡੰਡੀਆਂ ਮੁੜਦੀਆਂ ਨੇ, ਇਹਨਾਂ ਵਿੱਚ ਜਦੋਂ ਆਪਾਂ ਲਿਖਦੇ ਹਾਂ ਤਾਂ ਸੁੱਤੇ ਸਿੱਧੀ ਮੋਰੀ ਜੀ ਬਣਾ ਦਿੰਦੇ ਹਾਂ। ਇੱਕ ਉਹ ਮੋਰੀ ਜੀ ਨਹੀਂ ਬਣਾਉਣੀ, ਜਿਵੇਂ ਤੁਸੀਂ ਇਹ ਸਕਰੀਨ 'ਤੇ ਦੇਖਦੇ ਹੋ ਅੱਖਰ ਇਸੇ ਤਰ੍ਹਾਂ ਹੀ ਲਿਖਣਾ। ਲਿਖਣ ਲੱਗਿਆਂ ਖਿਆਲ ਕਰਨਾ ਵੀ ਵਿੱਚ ਮੋਰੀ ਜੀ ਨਾ ਪਵੇ। ਹੁਣ ਪੈਨ ਜਿਹੜੇ ਨੇ ਬਰੀਕ ਨੇ, ਤਾਂ ਕਰਕੇ ਆਪਾਂ ਇਹਦੇ ਵਿੱਚ ਮੋਰੀਆਂ ਜੀਆਂ ਪਾ ਦਿੰਦੇ ਹਾਂ। ਪੁਰਾਣੇ ਸਮੇਂ ਵਿੱਚ ਕਲਮਾਂ ਹੁੰਦੀਆਂ ਸੀ, ਕਲਮਾਂ ਕਰਕੇ ਇਹ ਜਿਹੜਾ ਅੱਖਰ ਦਾ ਜਿਹੜਾ ਸੀ ਆਕਾਰ ਇਹ ਸਹੀ ਬਣਦਾ ਸੀ। ਸੋ ਅੱਗੇ ਈੜੀ, ਈੜੀ, ਡੀ ਨਹੀਂ ਲੱਗਣੀ ਚਾਹੀਦੀ, ਡੱਡਾ ਨਾ ਲੱਗੇ, ਅੜਾੜਾ ਹੀ ਲਾਉਣਾ ਗਾ। ਈੜੀ, ਈੜੀ, ਈੜੀ। ਹਾਂਜੀ, ਨਾਲ ਇਹਦਾ ਤੁਸੀਂ ਪੁਰਾਣਾ ਸਰੂਪ ਵੀ ਦੇਖ ਰਹੇ ਹੋ। ਅਤੇ ਕੋਸ਼ਿਸ਼ ਕਰਾਂਗੇ ਆਪਾਂ ਵੱਖਰੀ ਵੀਡੀਓ ਬਣਾ ਕੇ ਇਹ ਸਾਰਿਆਂ ਬਾਰੇ ਜਾਣਕਾਰੀ ਤੁਹਾਨੂੰ ਵੱਖਰੀ ਦੇਵਾਂਗੇ, ਜਿਹੜੇ ਆਕਾਰਾਂ ਵਿੱਚ ਥੋੜ੍ਹਾ ਜਿਹਾ ਫਰਕ ਹੈਗਾ। ਸੱਸਾ, ਹਾਂਜੀ ਅੱਧਕ ਲਾ ਕੇ ਬੋਲਣਾ ਗਾ। ਸੱਸਾ, ਸੱਸਾ, ਸੱਸਾ। ਆ ਦੀ ਆਵਾਜ਼ ਹਰੇਕ ਅੱਖਰ ਦੇ ਵਿੱਚ ਇਹ ਲੰਬੀ ਲੈ ਜਾਣੀ ਆ। ਸੱਸਾ, ਸ, ਜਿਵੇਂ ਸੀਟੀ ਮਾਰਨ ਲੱਗੇ ਆਪਾਂ ਥੋੜ੍ਹੀ ਜਿਹੀ ਬਾਹਰ ਨੂੰ ਆਵਾਜ਼ ਕੱਢਦੇ ਹਾਂ, ਇਹ ਆਵਾਜ਼ ਆਉਂਦੀ ਹੈ। ਇਸ ਤਰ੍ਹਾਂ ਸੱਸਾ ਬੁਲਾਉਣ ਲੱਗਿਆ ਥੋੜ੍ਹੀ ਜਿਹੀ ਆਵਾਜ਼ ਬਾਹਰ ਨੂੰ ਆਊਗੀ। ਸੱਸਾ, ਕਈ ਸੱਸੇ ਵਿੱਚ ਅਤੇ ਛੱਛੇ ਵਿੱਚ ਕੋਈ ਫਰਕ ਨਹੀਂ ਛੱਡਦੇ, ਖ਼ਾਸ ਤੌਰ 'ਤੇ ਮਾਲਵੇ ਦੇ ਵਿੱਚ ਇਹ ਥੋੜ੍ਹੀ ਜਿਹੜੀ ਦਿੱਕਤ ਆਉਂਦੀ ਹੈ। ਇਸ ਲਈ ਛੱਛਾ ਨਹੀਂ ਇਹਨੂੰ ਪੜ੍ਹਨਾ, ਇਹਨੂੰ ਸੱਸਾ ਹੀ ਪੜ੍ਹਨਾ ਗਾ।
ਜਾਂ ਸੱਸੇ ਪੈਰ ਵਿੱਚ ਛੱਛਾ ਕਈ ਬਿੰਦੀ ਲਾ ਜਾਂਦੇ ਨੇ। ਇਹ ਬਿਨਾਂ ਬਿੰਦੀ ਤੋਂ ਹੀ ਪੜ੍ਹਨਾ ਗਾ। ਸੱਸਾ, ਸੱਸਾ। ਇਸੇ ਤਰ੍ਹਾਂ ਇਹ ਸ਼ਬਦ ਆਪਾਂ ਅੱਗੇ ਗੁਰਬਾਣੀ ਵਿੱਚ ਪੜ੍ਹਾਂਗੇ, ਉੱਥੇ ਇਹ ਸ਼ੁੱਧ ਜਿਹੜਾ ਗਾ ਸੱਸਾ ਇਹ ਵਰਤੋਂ ਵਿੱਚ ਆਊਗਾ। ਸ਼ਬਦ ਕਈ ਜਿਹੜੇ ਨਵੇਂ ਇਹ ਕੋਲੋਂ ਬਿੰਦੀ ਲਾ ਕੇ ਸੱਸੇ ਦੇ ਪੈਰ 'ਚ ਸ਼ਬਦ ਪੜ੍ਹਦੇ ਨੇ, ਉਹ ਉਚਾਰਨ ਠੀਕ ਨਹੀਂ ਹੈ। ਇਸ ਲਈ ਸੱਸਾ ਹੀ ਉਚਾਰਨ ਕਰਨਾ। ਹਾ ਹਾ, ਹਾ ਹਾ, ਹਾ ਹਾ, ਹਾ ਹਾ, ਹਾ ਹਾ, ਹਾ ਹਾ। ਹਾਂਜੀ, ਇਹ ਹਾ ਹਾ ਹੀ ਪੜ੍ਹਨਾ। ਕਈ ਪਹਿਲੇ ਅੱਖਰ ਨੂੰ ਆੜਾ ਲਾ ਜਾਂਦੇ ਨੇ, ਆਹਾ। ਖਾਸ ਤੌਰ 'ਤੇ ਜਿਹੜੇ ਬੱਚੇ ਨੇ ਗਲਤੀ ਕਰਦੇ ਨੇ, ਆਹਾ ਪੜ੍ਹ ਜਾਂਦੇ ਨੇ। ਅਤੇ ਇਹ ਖਿਆਲ ਕਰਨਾ ਗਾ, ਹਾ ਹੀ ਜਿਹੜਾ ਇਹ ਉਚਾਰਨ ਕਰਨਾ ਗਾ। ਹਾਂਜੀ, ਇਹ ਆਪਾਂ ਪਹਿਲੀ ਪੰਕਤੀ ਪੂਰੀ ਕੀਤੀ ਆ। ਇਹਨੂੰ ਪਹਿਲਾ ਵਰਗ ਕਹਿੰਦੇ ਨੇ। ਊੜੇ ਤੋਂ ਲੈ ਕੇ ਹਾਹੇ ਤੱਕ ਇਹ ਪਹਿਲਾ ਵਰਗ ਆ। ਅੱਗੇ ਹੁਣ ਕ ਵਰਗ, ਕੱਕੇ ਦੀ ਪੰਕਤੀ ਦਾ ਵਰਗ ਜਿਹੜਾ ਚੱਲ ਪਿਆ। ਇਹ ਇਸ ਤਰ੍ਹਾਂ ਦੇ ਨਾਲ 8 ਵਰਗ ਜਿਹੜੇ ਨੇ ਇਹ ਬਣਾਏ ਹੋਏ ਨੇ ਬੱਚਿਆਂ ਨੂੰ ਸਮਝਣ ਦੇ ਲਈ। ਪਹਿਲਾਂ ਪਹਿਲਾ ਵਰਗ ਆ, ਫਿਰ ਕ ਵਰਗ ਹੈ, ਫਿਰ ਚ ਵਰਗ ਹੈ, ਚੱਚਾ ਪਾ ਕੇ ਵਰਗ, ਫਿਰ ਟ ਵਰਗ, ਤ ਵਰਗ, ਪ ਵਰਗ, ਅਖੀਰ 'ਤੇ ਜਿਹੜਾ ਗਾ ਅੰਤਲਾ ਵਰਗ ਹੈਗਾ, ਯਈਏ ਤੋਂ ਲੈ ਕੇ ੜਾੜੇ ਤੱਕ। ਅਤੇ ਅਖੀਰ ਵਿੱਚ ਜਿਹੜਾ ਨਵੀਨ ਵਰਗ ਹੈ, ਨਵੀਨ ਵਰਗ ਦੇ ਵਿੱਚ ਇਹ ਪੈਰ ਬਿੰਦੀ ਵਾਲੇ ਅੱਖਰ ਜਿਹੜੇ ਉਹ ਆਉਂਦੇ ਨੇ। ਹਾਂਜੀ, ਹੁਣ ਆਪਾਂ ਪਹਿਲੇ ਵਰਗ ਤੋਂ ਪਿੱਛੋਂ ਜਿਹੜਾ ਗਾ ਇਹ ਕੱਕਾ ਇਹ ਸ਼ੁਰੂ ਕਰਦੇ ਹਾਂ। ਕੱਕੇ ਦੀ ਪੰਕਤੀ, ਕੱਕਾ, 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 ਖੱਖਾ, 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 ਗੱਗਾ, ਗੱਗਾ, ਗੱਗਾ। ਇਸ ਤਰ੍ਹਾਂ ਆਵਾਜ਼ ਸਥਿਰ ਰਹੇ, ਜਿਹੜੀ ਸਵਰ ਆਪਣੀ ਹੇਠਾਂ ਉੱਪਰ ਨਾ ਹੋਵੇ। ਇੱਕ ਹੀ ਸੁਰ 'ਚ ਆਪਾਂ ਜਿਹੜਾ ਗਾ ਇਹ ਉਚਾਰਨ ਕਰਨਾ। ਗੱਗਾ, ਗੱਗਾ, ਘੱਗਾ। ਹਾਂਜੀ, ਘੱਗਾ। ਇਹ ਜਿਹੜਾ ਘੱਗਾ, ਘੱਗਾ ਥੋੜ੍ਹਾ ਜਿਹਾ ਜਿਹੜਾ ਆਪਾਂ ਇਹ ਜ਼ੋਰ ਲਾ ਕੇ ਹੀ ਪੜ੍ਹਨਾ ਗਾ। ਘੱਗੇ ਤੋਂ ਥੱਲੇ ਅੱਖਰ ਜਿਹੜੇ ਜਿੰਨੇ ਆਉਣਗੇ, ਜਦੋਂ ਆਪਾਂ 35 ਅੱਖਰ ਲਿਖਦੇ ਹਾਂ, ਇਹਨਾਂ ਦੇ ਵਿੱਚ ਥੱਲੇ ਨੂੰ ਜਿਹੜਾ ਗਾ ਘੱਗਾ, ਝੱਜਾ, ਢੱਡਾ, ਧੱਦਾ ਅਤੇ ਭੱਬਾ, ਇਹ ਜਿਹੜੇ 5 ਅੱਖਰ ਨੇ, ਇਹਨਾਂ 5 ਨੂੰ ਚੰਗੀ ਤਰ੍ਹਾਂ ਪੇਟ ਤੋਂ ਜ਼ੋਰ ਲਾ ਕੇ ਜਿਹੜਾ ਇਹ ਬੋਲਣਾ। ਘੱਗਾ, ਇਹ ਉਚਾਰਨ ਵਿੱਚ ਕਈਆਂ ਨੂੰ, ਖਾਸ ਤੌਰ 'ਤੇ ਜਿਹੜੇ ਬੱਚੇ ਇੰਗਲਿਸ਼ ਸਕੂਲਾਂ ਵਿੱਚ ਪੜ੍ਹਦੇ ਨੇ, ਉਹਨਾਂ ਨੂੰ ਦਿੱਕਤ ਆਉਂਦੀ ਹੈ। ਘੱਗਾ, ਹੋਰ ਅੱਖਰ ਜਿਹੜੇ ਇਸ ਤਰ੍ਹਾਂ ਦੇ ਭਾਰੇ ਨੇ ਇਹ ਬੁਲਾਏ ਨਹੀਂ ਜਾਂਦੇ, ਇਸ ਲਈ ਖਿਆਲ ਦੇ ਨਾਲ ਇਹਦਾ ਉਚਾਰਨ ਪਕਾਉਣਾ ਗਾ। ਘੱਗਾ,
ਘੱਗਾ ਘੱਗਾ ਘੱਗਾ। ਇਸ ਤਰ੍ਹਾਂ ਇਹਦਾ ਉਚਾਰਨ ਕਰਨਾ ਗਾ। ਅੱਗੇ ਜਿਹੜਾ ਗਾ ঙ, ਇਹ ਬੁਲਾਉਣ ਵਿੱਚ ਬਹੁਤ ਦਿੱਕਤ ਆਉਂਦੀ ਹੈ। ঙ ਟਿੱਪੀ ঙ ਕੰਨਾ। ਇਹ ਇਸ ਤਰ੍ਹਾਂ ਇਹਦਾ ਲਿਖਤੀ ਰੂਪ ਵਿੱਚ ਆਪਾਂ ਸੌਖਾ ਕਰਨ ਦੇ ਲਈ ঙ ਟਿੱਪੀ ঙ ਅਤੇ ঙ ਕੰਨਾ ঙ। ਇਹਦਾ ਉਚਾਰਨ ਜਿਹੜਾ ਥੋੜ੍ਹਾ ਮੁਸ਼ਕਿਲ ਹੈਗਾ, ਪਰ ਆ ਜਾਂਦਾ ਛੇਤੀ ਹੀ। ਗੱਗੇ ਦੇ ਵਾਂਗੂ ਤੁਸੀਂ ਸਮਝ ਸਕਦੇ ਹੋ ਇਹਨੂੰ। ਸਮਝਣ ਖਾਤਰ ਆਪਾਂ ਗੱਗਾ ਸਮਝ ਸਕਦੇ ਹਾਂ ਵੀ ਗੱਗੇ ਵਾਂਗੂ ਆ, ਗੱਗੇ ਦੇ ਨੇੜੇ ਇਹਦਾ ਉਚਾਰਨ ਹੈ। ਅਤੇ ਇਹਦਾ ਜਿਹੜਾ ਸਾਰੇ ਦਾ ਸਾਰਾ ਉਚਾਰਨ ਨਾਸਕੀ ਹੈ। ਨੱਕ ਦੇ ਵਿੱਚ, ਜਿਵੇਂ ਨੱਕ ਵਿੱਚ ਬਿੰਦੀ ਬੋਲਦੇ ਹਾਂ ਆਪਾਂ, ਇਸ ਤਰ੍ਹਾਂ ਇਹ ਨੱਕ ਦੇ ਵਿੱਚ ਬਹੁਤਾ ਉਚਾਰਨ ਇਹਦਾ ਹੋਊਗਾ। ਆਵਾਜ਼ ਜਿਹੜੀ ਇਹ ਪਿੱਛੋਂ ਬਿਲਕੁਲ ਗਲੇ ਦੇ ਵਿੱਚੋਂ ਡੂੰਘੇ ਵਿੱਚੋਂ ਲੈ ਕੇ ਆਉਣੀ ਆ। ঙ। ਇਹ ਕੱਕਾ, ਕੱਕੇ ਤੋਂ ਪੰਕਤੀ ਆਪਾਂ ਸ਼ੁਰੂ ਕੀਤੀ ਸੀ। ਕੱਕੇ ਵਾਲੀ ਜਿਹੜੀ ਪੰਕਤੀ ਹੈ ਤੁਸੀਂ ਦੇਖੋ, ਕੱਲਾ ਕੱਲਾ ਅੱਖਰ ਉਚਾਰਨ ਕਰਕੇ ਦੇਖੋ। ਕੱਕਾ, ਖੱਖਾ, ਗੱਗਾ, ਘੱਗਾ। ਇਹ ਜਿੱਥੇ ਤਾਲੂ ਦਾ ਆਪਣਾ ਡੂੰਘ ਹੈ ਉੱਪਰਲੇ ਪਾਸੇ, ਇਹ ਜੀਭ ਆਪਣੀ ਜਿਹੜੀ ਤਾਂ ਨੂੰ ਛੂੰਹਦੀ ਆ, ਲੱਗਦੀ ਆ। ਕੱਕਾ, ਜੀਭ ਦਾ ਪਿਛਲਾ ਹਿੱਸਾ ਜਿਹੜਾ ਗਾ ਉਹ ਉੱਪਰ ਜਾ ਕੇ ਛੂੰਹਦਾ ਗਾ, ਤਾਂ ਕਰਕੇ ਕੱਕੇ ਦੀ ਆਵਾਜ਼ ਸਹੀ ਬਣਦੀ ਹੈ। ਇਹ ਸਾਰੀ ਪੰਕਤੀ ਇਸੇ ਤਰ੍ਹਾਂ ਹੀ ਕੱਕਾ, ਖੱਖਾ, ਗੱਗਾ, ਘੱਗਾ। ਤੁਸੀਂ ਆਪ ਬੁਲਾ ਕੇ ਦੇਖੋ ਵੀ ਤਾਂ ਜਿਹੜੀ ਇਹ ਜੀਭ ਆਪਣੀ ਛੂੰਹਦੀ ਹੈ, ਲੱਗਦੀ ਹੈ। ਸੋ ਇਸ ਲਈ ঙ, ਇਹਦੇ ਉਚਾਰਨ ਦਾ ਵੀ ਇਹੀ ਢੰਗ ਹੈ। ਜਿਹੜਾ ঙ ਗਾ ਉੱਥੇ ਹੀ ਉੱਪਰ ਜਾ ਕੇ ਜੀਭ ਛੂਹੂਗੀ। ਇਸ ਲਈ ਜੀਭ ਨੂੰ ਅੱਗੇ ਨਹੀਂ ਲੈ ਕੇ ਆਉਣਾ ਕਿ ਇਹਨੂੰ ঞ ਜਾਂ ਹੋਰ ਆਪਣੇ ਕੋਲੋਂ ਹੀ ਨਹੀਂਆਂ, ਜਿਹੜਾ ਉਚਾਰਨ ਹੀ ਕੋਈ ਹੈ ਨਹੀਂ ਗਾ, ਉਹ ਕਰੀ ਜਾਂਦੇ ਨੇ। ਉਹ ਬਿਲਕੁਲ ਗਲਤ ਹੈਗਾ। ਕੱਕੇ ਦੇ ਵਾਂਗੂ ਤੁਸੀਂ ਸਮਝੋ ਵੀ ਉੱਥੇ ਹੀ ਜੀਭ ਲਾਉਣੀ ਆ ਜਿੱਥੇ ਕੱਕਾ, ਖੱਖਾ, ਗੱਗਾ, ਘੱਗਾ ਬੁਲਾਉਣ ਲੱਗਿਆਂ ਜੀਭ ਲੱਗਦੀ ਹੈ, ਉੱਥੇ ਹੀ ঙ ਬੁਲਾਉਣ ਲੱਗਿਆ ਜੀਭ ਲੱਗੂਗੀ। ਪਹਿਲੀ ਇਹ ਨਿਯਮ ਆ, ਤੁਸੀਂ ਨੋਟ ਕਰ ਲਓ। ਇਹ ਨਿਯਮ ਤੋਂ ਉਰੇ ਪਰੇ ਨਹੀਂ ਹੋਣਾ। ਜਦੋਂ ਜੀਭ ਤੁਸੀਂ ਉਰੇ ਪਰੇ ਹੋਊਗੀ ਤਾਂ ঙ ਦਾ ਉਚਾਰਨ ਸਹੀ ਨਹੀਂ ਹੋ ਸਕਦਾ। ঙ ਟਿੱਪੀ ঙ, ਜਦੋਂ ঙ ਕਹੋਗੇ, ঙ ਟਿੱਪੀ ਲਾਓਗੇ, ਉਦੋਂ ਜਿਹੜੀ ਜੀਭ ਹੈ ਇਹ ਤਾਂ ਨੂੰ ਲੱਗੂਗੀ। ਅਤੇ ਕੱਕੇ ਦੇ ਨਾਲੋਂ ਵੀ ਥੋੜ੍ਹਾ ਪਿੱਛੇ ਜੀਭ ਨੂੰ ਹੋਰ ਲੈ ਜਾਓਗੇ, ਜਿਵੇਂ ਜਿੱਥੇ ਕੱਕਾ ਬੁਲਾਉਣੇ ਆ, ਖੱਖਾ ਬੁਲਾਉਣੇ ਆ, ਉਹਦੇ ਨਾਲੋਂ ਥੋੜ੍ਹੀ ਜੀਭ ਹੋਰ ਪਿੱਛੇ ਲੈ ਜਾਓਗੇ ਤਾਂ ਉਚਾਰਨ ਇਹਦਾ ਹੋਰ ਸਹੀ ਹੋ ਜਾਊਗਾ। ਅਤੇ ঙ ਟਿੱਪੀ ਤਾਂ ਨੂੰ ਜੀਭ ਰੱਖਣੀ ਹੈ ਲਾ ਕੇ ঙ, ਅਤੇ ঙ ਆਵਾਜ਼ ਜਿਹੜੀ ਨੱਕ ਰਾਹੀਂ ਬਾਹਰ ਨੂੰ ਕੱਢਣੀ ਆ ঙ। ਅਤੇ ঙ, ਜਦੋਂ ঙ ਕਹਿਣਾ ਗਾ ਉਦੋਂ ਇਹ ਜੀਭ ਚੱਕੀ ਜਾਊਗੀ, ਪਰ ਉਚਾਰਨ ਨਾਸਕੀ ਹੀ ਰੱਖਣਾ ঙ, ঙ। ਇਹ ਕਈ ਕਹਿ ਦਿੰਦੇ ਨੇ ਜੀ ਖਾਲੀ ਹੈ, ਇਹ ਖਾਲੀ ਨਹੀਂ ਹੈ। ঙ, ਹਾਂ ਵੀ ਮੌਜੂਦਾ ਜਿਹੜੀ ਆਪਣੀ ਨਵੀਨ ਭਾਸ਼ਾ ਇਹਦੇ ਵਿੱਚ ਇਹ ਖਾਲੀ ਹੋ ਸਕਦਾ, ਪਰ ਪੁਰਾਣੇ ਸਮੇਂ ਵਿੱਚ ઞਾਨ, ਗਿਆਨੀ, ਗੁਰਬਾਣੀ ਵਿੱਚ ਗਿਆਨੀ, ਗਿਆਨ, ਇਹ ਅੱਖਰ ਦੇ ਨਾਲ ਸ਼ੁਰੂ ਹੋਇਆ ਜਿਹੜਾ ਮਿਲ ਜਾਂਦਾ ਵਾ। ਜਾਂ ਜਿਵੇਂ ਪਿੰਡ ਸੰਤ ਬਾਬਾ ਪ੍ਰਤਾਪ ਸਿੰਘ ਜੀ ਦਾ ਪਿੰਡ ਆ ਲੰਗੇਆਣਾ, ਉਹਨੂੰ ਅੱਜ ਕੱਲ੍ਹ ਕਹਿੰਦੇ ਨੇ, ਪਰ ਉਹ ਪੁਰਾਣਾ ਨਾਮ ਲੰਗੇਆਣਾ, ਲੱਲੇ ਟਿੱਪੀ ঙ ਕੰਨਾ, ਲੰਗੇਆਣਾ, ਲੰਗੇਆਣਾ। ਇਸ ਲਈ ਖਾਲੀ ਨਹੀਂ ਹੈ। ਜਿਵੇਂ ਆਪਾਂ ਹੋਰ ਜੇ ਕਿਸੇ ਦੀ ਲੱਤ ਖਰਾਬ ਹੋਵੇ, ਸਹੀ ਨਾ ਤੁਰਦਾ ਹੋਵੇ, ਆਪਾਂ ਕਹਿਣਾ ਵੀ ਇਹ ਲੰਗ ਮਾਰਦਾ, ਲੰਗ। ਉਹ ਆਪਾਂ ਅੱਜ ਕੱਲ੍ਹ ਲੰਗ ਸ਼ਬਦ ਬਣਾਤਾ, ਲੰਗ ਮਾਰਦਾ, ঙ ਨਹੀਂ ਕੀ ਬੁਲਾਉਂਦਾ, ਅਤੇ ਉਹ ਹੁੰਦਾ ਲੰਗ, ਲੰਗ ਮਾਰਦਾ, ਲੰਗਾ ਹੋ ਗਿਆ। ਸੋ ਇਸ ਲਈ ਇਹਦਾ ਉਚਾਰਨ ਜਿਹੜਾ ਖਿਆਲ ਦੇ ਨਾਲ, ਜਿੱਥੇ ਕੱਕਾ ਬੁਲਾਉਣੇ ਆ ਉਹਦੇ ਨਾਲੋਂ ਜੀਭ ਹੋਰ ਪਿੱਛੇ ਲੈ ਜਾਣੀ ਆ, ਅਤੇ ঙ, ਇਸ ਤਰ੍ਹਾਂ ਜਿਹੜਾ ਇਹਦਾ ਉਚਾਰਨ ਆਪਾਂ ਇਹ ਸਹੀ ਕਰਨਾ ਗਾ। ਇਹ ঙ ਤੱਕ ਆਪਣਾ ਉਚਾਰਨ ਆਪਾਂ ਇੱਥੋਂ ਤੱਕ ਪਾਵਾਂਗੇ। ਰਿਕਾਰਡਿੰਗ ਕਾਫੀ ਲੰਬੀ ਹੋ ਗਈ ਹੈ,
ਇਸ ਲਈ ਅੱਗੇ ਆਪਾਂ ਹੌਲੀ ਹੌਲੀ ਨਾਲ ਦੀ ਨਾਲ ਚਿੱਤ ਲੈ ਕੇ ੜਾੜੇ ਤੱਕ ਇਹਦਾ ਉਚਾਰਨ ਆਪਾਂ ਸਿੱਖਣਾ। ਅੱਗੇ ਫਿਰ ਮੁਹਾਰਨੀ ਇਹ ਆਪਾਂ ਚਲਾਵਾਂਗੇ। ਮੁਹਾਰਨੀ ਤੋਂ ਅੱਗੇ ਫਿਰ ਸੰਥਿਆ ਜਿਹੜੀ ਇਹ ਪ੍ਰਾਰੰਭ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।